Good afternoon, students. Today we are going to discuss the next topic, that is the share capital of the company. A company usually raises their capital through the issue of shares, so the company capital is called share capital. Means कि ਜਿਹੜਾ ਕੋਈ ਵੀ ਕੰਪਨੀ ਆ ਆਪਣੇ ਕੈਪੀਟਲ ਨੂੰ ਕਿੱਦਾਂ ਰੇਜ਼ ਕਰਦੀ ਆ ਆਪਣੇ ਕੰਪਨੀ ਦੇ ਸ਼ੇਅਰਸ ਵਗੈਰਾ ਆਫਰ ਕਰਕੇ, ਤੇ ਇਸ ਕਰਕੇ ਉਹਨੂੰ ਅਸੀਂ ਸ਼ੇਅਰ ਕੈਪੀਟਲ ਬੋਲਦੇ ਆ। ਦ ਪਰਸਨ ਹੂ ਹੋਲਡ ਦਾ ਸ਼ੇਅਰ, ਜਿਹੜਾ ਪਰਸਨ ਸ਼ੇਅਰ ਖਰੀਦਦਾ ਆ ਜਾਂ ਫਿਰ ਸ਼ੇਅਰ ਹੋਲਡ ਕਰਦਾ ਆ ਉਹਨੂੰ ਸ਼ੇਅਰ ਹੋਲਡਰ ਬੋਲਿਆ ਜਾਂਦਾ ਆ। ਹੁਣ ਕੈਟਾਗਰੀਜ਼ ਆਫ ਸ਼ੇਅਰ ਕੈਪੀਟਲ ਜਿਹੜਾ ਆ ਡਿਫਰੈਂਟ ਕੈਟਾਗਰੀ ਵਿੱਚ ਡਿਵਾਈਡ ਹੁੰਦਾ ਆ। ਦ ਫਰਸਟ ਇਜ਼ ਆਥੋਰਾਈਜ਼ਡ ਕੈਪੀਟਲ। ਆਥੋਰਾਈਜ਼ ਦਾ ਕੀ ਮਤਲਬ ਆ? It is the amount of share capital which a company is authorized to issue by its memorandum of association. Means अपनी जो maximum amount of capital ਆ ਜਿਹੜਾ ਕਿ ਇੱਕ ਓਨਰ ਆਪਣੀ ਕੰਪਨੀ ਨੂੰ ਜਦੋਂ ਇਨਕੋਰਪੋਰੇਟ ਕਰਦਾ ਸਟਾਰਟ ਕਰਦਾ ਹੈ ਤਾਂ ਮੈਕਸਿਮਮ ਅਮਾਊਂਟ ਆਫ ਸ਼ੇਅਰ ਕੈਪੀਟਲ ਜਿਹੜੀ ਇਹਦੇ ਕੋਲ ਹੋਣੀ ਚਾਹੀਦੀ ਹੈ, ਦੈਟ ਇਜ਼ ਆਥੋਰਾਈਜ਼ਡ ਕੈਪੀਟਲ। ਇਟ ਇਜ਼ ਆਲਸੋ ਕਾਲਡ ਨੋਮੀਨਲ ਔਰ ਰਜਿਸਟਰਡ ਕੈਪੀਟਲ। ਇਹਨੂੰ ਅਸੀਂ ਨੋਮੀਨਲ ਕੈਪੀਟਲ ਵੀ ਬੋਲਦੇ ਹਾਂ, ਰਜਿਸਟਰਡ ਕੈਪੀਟਲ ਵੀ ਬੋਲਦੇ ਹਾਂ। The company cannot raise more than the amount of capital as subscribed in the memorandum of association। ਜਿੱਦਾਂ ਕਿ ਮਤਲਬ ਤੁਹਾਨੂੰ ਕਿਹਾ ਮੈਕਸਿਮਮ ਅਮਾਊਂਟ ਆ, ਇਹ ਤੋਂ ਵੱਧ ਜਿਹੜਾ ਹੈ ਕੰਪਨੀ ਆਪਣੇ ਕੈਪੀਟਲ ਦਾ ਜਿਹੜਾ ਅਮਾਊਂਟ ਆ ਉਹ ਰੇਜ਼ ਨਹੀਂ ਕਰ ਸਕਦੀ। The next is the issued capital. It is that part of authorized capital which is actually issued the public for the subscription। ਜਿਹੜਾ ਕਿ ਅਸੀਂ ਪਬਲਿਕ ਨੂੰ ਜਾਂ ਇਨਵੈਸਟਰ ਨੂੰ ਆਫਰ ਕਰਦੇ ਹਾਂ ਕਿ ਇੰਨੇ ਸ਼ੇਅਰਸ ਜਿਹੜੇ ਆ ਤੁਹਾਨੂੰ ਆਫਰ ਕੀਤੇ ਗਏ ਆ, ਸੋ ਅਸੀਂ ਇਸ਼ੂ ਕਰ ਦਿੱਤੇ ਉਹਨਾਂ ਨੂੰ। The authorized capital which is not offered, ਜਿਹੜਾ ਅਸੀਂ ਆਫਰ ਨਹੀਂ ਕੀਤਾ ਉਹਨੂੰ ਅਨਇਸ਼ੂਡ ਕੈਪੀਟਲ ਬੋਲਦੇ ਆ। The next is subscribed capital. It is that part of the issued capital which has been actually subscribed by the public। ਜਿੱਦਾਂ ਕਿ ਤੁਸੀਂ 40,000 ਸ਼ੇਅਰਸ ਕਿਸੇ ਨੂੰ ਆਫਰ ਕੀਤੇ ਆ ਐਂਡ ਉਸ ਪਰਸਨ ਨੇ ਜਾਂ ਸ਼ੇਅਰ ਹੋਲਡਰ ਨੇ ਪੂਰੇ ਦੇ ਪੂਰੇ ਸ਼ੇਅਰਸ ਜਿਹੜੇ ਸਬਸਕ੍ਰਾਈਬ ਕਰ ਲਏ ਆ, ਸੋ ਦੈਟ ਇਜ਼ ਦਾ ਸਬਸਕ੍ਰਾਈਬਡ ਕੈਪੀਟਲ। Next is the called up capital. It is that part of the subscribed capital which has been called up on the shares। Means ਸਪੋਜ਼ ਦੇਰ ਮਤਲਬ ਕਈ ਤਰ੍ਹਾਂ ਦੀ ਕਾਲਸ ਹੁੰਦੀਆਂ, ਫਸਟ ਕਾਲ ਹੋ ਗਈ, ਸੈਕਿੰਡ ਕਾਲ ਹੋ ਗਈ, ਫਾਈਨਲ ਕਾਲ ਹੋ ਗਈ। ਤੁਸੀਂ ਜਿੰਨੇ ਵੀ ਸ਼ੇਅਰਸ ਕੰਪਨੀ ਦੇ ਪਰਚੇਜ਼ ਕੀਤੇ ਆ ਉਹਨਾਂ ਦੀ ਤੁਸੀਂ ਇੰਸਟਾਲਮੈਂਟ ਦੇ ਵਿੱਚ ਪੇਮੈਂਟ ਕਰੋਗੇ, ਅਤੇ ਜਿਹੜੀਆਂ ਉਹ ਇੰਸਟਾਲਮੈਂਟ ਆ ਉਹਨਾਂ ਨੂੰ ਅਸੀਂ ਕਾਲਸ ਦਾ ਨੇਮ ਦਿੰਦੇ ਹਾਂ, ਫਸਟ ਕਾਲ, ਸੈਕਿੰਡ ਕਾਲ, ਥਰਡ ਕਾਲ, ਲਾਈਕ ਦੈਟ, ਠੀਕ ਆ। ਸੋ ਸਬਸਕ੍ਰਾਈਬ ਵਿੱਚੋਂ ਜਿੰਨੀਆਂ ਕਾਲਸ ਤੁਸੀਂ ਕਾਲਡ ਅਪ ਕਰਦੇ ਹੋ, ਦੈਟ ਇਜ਼ ਦਾ ਕਾਲਡ ਅਪ ਕੈਪੀਟਲ। ਨੈਕਸਟ ਇਜ਼ ਦੀ ਪੇਡ ਅਪ ਕੈਪੀਟਲ। ਹੁਣ ਜਿੰਨੀਆਂ ਤੁਸੀਂ ਕਾਲ ਕੀਤੀਆਂ ਉਹਦੇ ਵਿੱਚੋਂ ਕਿੰਨੀਆਂ ਕਾਲਸ ਦੀ ਪੇਮੈਂਟ ਸ਼ੇਅਰ ਹੋਲਡਰ ਕਰ ਚੁੱਕਿਆ, ਦੈਟ ਇਜ਼ ਦਾ ਪੇਡ ਅਪ। ਸਪੋਜ਼ ਹੁਣ ਫਸਟ ਸੈਕਿੰਡ ਉਹਨੇ ਪੇਡ ਕਰਤੀ ਬਟ ਥਰਡ ਕਾਲ ਪੇ ਨਹੀਂ ਕੀਤੀ, ਸੋ ਥਰਡ ਕਾਲ ਜਿਹੜੀ ਹੈ ਉਹ ਹੋ ਜਾਏਗੀ ਅਨਪੇਡ। ਦ ਨੈਕਸਟ ਇਜ਼ ਦੀ ਅਨਕਾਲਡ ਕੈਪੀਟਲ। ਦ ਪੋਰਸ਼ਨ ਆਫ ਦ ਸਬਸਕ੍ਰਾਈਬਡ ਕੈਪੀਟਲ ਵਿਚ ਹੈਜ਼ ਨਾਟ ਯੈਟ ਬਿਨ ਕਾਲਡ ਅਪ। ਕਈ ਵਾਰੀ ਕੀ ਆ ਫਸਟ ਸੈਕਿੰਡ ਥਰਡ ਕਾਲ ਆਪਾਂ ਕਾਲ ਕਰ ਲੈਂਦੇ ਹਾਂ ਬਟ ਫਾਈਨਲ ਕਾਲ ਕਾਲਡ ਨਹੀਂ ਕਰਦੇ, ਸੋ ਜਿਹੜੀ ਕਾਲ ਆਪਾਂ ਕਾਲਡ ਨਹੀਂ ਕੀਤੀ ਦੈਟ ਵਿਲ ਬੀ ਦਾ ਅਨਕਾਲਡ ਕੈਪੀਟਲ। ਨੈਕਸਟ ਇਜ਼ ਦੀ ਰਿਜ਼ਰਵ ਕੈਪੀਟਲ। A company may reserve a portion of its uncalled capital to be called only in the event of winding up of the company। ਮੀਨਸ ਕੁਛ ਕੀ ਆ, ਕਈ ਤਰ੍ਹਾਂ ਦੀ ਕੈਪੀਟਲ ਕੀ ਹੈ ਕੰਪਨੀ ਨੇ ਰਿਜ਼ਰਵ ਕਰਕੇ ਰੱਖੀ ਹੁੰਦੀ ਆ ਐਂਡ ਉਹਨੂੰ ਅਸੀਂ ਉਦੋਂ ਹੀ ਕਾਲ ਅਪ ਕਰਦੇ ਹਾਂ ਜਦੋਂ ਕੰਪਨੀ ਵਾਈਂਡ ਅਪ ਹੁੰਦੀ ਆ, ਮੀਨ ਜਦੋਂ ਸ਼ਟ ਡਾਊਨ ਹੁੰਦੀ ਆ। ਦ ਨੈਕਸਟ ਇਜ਼ ਦੀ ਨੇਚਰ ਐਂਡ ਕਲਾਸਿਸ ਆਫ ਸ਼ੇਅਰ। ਹੁਣ ਇੱਕ ਸ਼ੇਅਰਸ ਜਿਹੜੇ ਆ ਦੋ ਟਾਈਪ ਵਿੱਚ ਡਿਵਾਈਡ ਹੁੰਦੇ ਆ। ਦ ਫਰਸਟ ਇਜ਼ ਇਕੁਇਟੀ ਸ਼ੇਅਰਸ ਐਂਡ ਦ ਨੈਕਸਟ ਇਜ਼ ਦ ਪ੍ਰੈਫਰੈਂਸ ਸ਼ੇਅਰਸ। ਤੁਸੀਂ ਫਸਟ ਜਿਹੜਾ +1 ਕਲਾਸ ਆ ਉਹਦੇ ਵਿੱਚ ਬਿਜ਼ਨਸ ਸਟੱਡੀ ਵਿੱਚ ਸਟੱਡੀ ਕੀਤਾ ਹੈ ਆਲਰੇਡੀ ਕਿ ਪ੍ਰੈਫਰੈਂਸ ਸ਼ੇਅਰ ਕੀ ਹੁੰਦੇ ਆ ਐਂਡ ਇਕੁਇਟੀ ਸ਼ੇਅਰਸ ਕੀ ਹੁੰਦੇ ਆ। ਸੋ ਪ੍ਰੈਫਰੈਂਸ ਸ਼ੇਅਰਸ ਆਰ ਦੋਜ਼ ਵਿਚ ਕੈਰੀ ਦਾ ਪ੍ਰੈਫਰੈਂਸ਼ੀਅਲ ਰਾਈਟ। ਮੀਨਸ ਇਕੁਇਟੀ ਸ਼ੇਅਰ ਹੋਲਡਰ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਡਿਵੀਡੈਂਡ ਪੇ ਕਰਦੇ ਹਾਂ, ਚਾਹੇ ਉਹ ਡਿਵੀਡੈਂਡ ਦੀ ਗੱਲ ਹੋਈ ਹੋਏ ਜਾਂ ਫਿਰ ਉਹਨਾਂ ਦੇ ਕੈਪੀਟਲ ਦੀ, ਉਹ ਅਸੀਂ ਰੀਪੇ ਉਹਨਾਂ ਨੂੰ ਵਾਪਸ ਵੀ ਉਦੋਂ ਹੀ ਕਰਦੇ ਹਾਂ ਜਦੋਂ ਕੰਪਨੀ ਵਾਈਂਡ ਅਪ ਹੁੰਦੀ ਹੈ ਜਾਂ ਫਿਰ ਡਿਫਰੈਂਟ ਟਾਈਪਸ ਆਫ ਪ੍ਰੈਫਰੈਂਸ ਸ਼ੇਅਰ ਹੈ ਜਿਨ੍ਹਾਂ ਨੂੰ ਅਸੀਂ ਡਿਊਰਿੰਗ ਦ ਲਾਈਫ ਟਾਈਮ ਵੀ ਵਾਪਸ ਕਰ ਦਿੰਦੇ ਹਾਂ। ਸੋ ਇਕੁਇਟੀ ਸ਼ੇਅਰ ਹੋਲਡਰ ਤੋਂ ਪਹਿਲਾਂ ਕਰਦੇ ਹਾਂ, ਦੈਟਸ ਵਾਈ ਉਹਨਾਂ ਨੂੰ ਪ੍ਰੈਫਰੈਂਸ ਬੋਲਿਆ ਜਾਂਦਾ ਪ੍ਰੈਫਰੈਂਸ ਸ਼ੇਅਰਸ। ਸੋ ਫਰਸਟ ਟਾਈਪ ਇਜ਼ ਕਿਊਮੂਲੇਟਿਵ। These shares have a right to claim dividend for those years also for which there were no profit। ਕਈ ਵਾਰੀ ਕੀ ਹੁੰਦਾ ਕੰਪਨੀ ਨੂੰ 2 ਜਾਂ 3 ਸਾਲ ਤੱਕ ਲਾਸ ਹੋ ਰਿਹਾ ਹੁੰਦਾ ਆ ਐਂਡ 4th ਈਅਰ ਚੱਲ ਰਿਹਾ ਆ, ਸੋ ਪ੍ਰੈਫਰੈਂਸ ਸ਼ੇਅਰ ਹੋਲਡਰ ਕੀ ਕਰਦੇ ਆ ਪਿਛਲੇ 3 ਸਾਲਾਂ ਦਾ ਜਿਹੜੇ ਸਾਲਾਂ ਦਾ ਉਹਨਾਂ ਨੂੰ ਪ੍ਰੋਫਿਟ ਨਹੀਂ ਮਿਲਿਆ, ਡਿਵੀਡੈਂਡ ਨਹੀਂ ਮਿਲਿਆ, ਠੀਕ ਆ, ਉਸ ਈਅਰ ਦਾ ਵੀ ਉਹ ਕੀ ਕਰ ਸਕਦੇ ਆ ਕਲੇਮ ਕਰ ਸਕਦੇ ਆ ਡਿਵੀਡੈਂਡ ਕਿ ਸਾਨੂੰ ਪਿਛਲੇ 3 ਸਾਲਾਂ ਦਾ ਡਿਵੀਡੈਂਡ ਨਹੀਂ ਦਿੱਤਾ ਗਿਆ। ਨੋਨ ਕਿਊਮੂਲੇਟਿਵ ਦੇ ਵਿੱਚ ਕੀ ਆ ਉਹ ਜਿਹੜਾ ਐਰੀਅਰ ਜਿਹੜੇ ਪਿਛਲੇ 3 ਸਾਲਾਂ ਦਾ ਡਿਵੀਡੈਂਡ ਰਹਿੰਦਾ ਆ ਉਹਨਾਂ 'ਤੇ ਕੋਈ ਵੀ ਕਲੇਮ ਨਹੀਂ ਕਰ ਸਕਦੇ। ਦ ਨੈਕਸਟ ਇਜ਼ ਦੀ ਰਿਡੀਮੇਬਲ ਪ੍ਰੈਫਰੈਂਸ ਸ਼ੇਅਰ। These are preference share which are redeemable after particular period। ਮਤਲਬ ਕਿ ਰਿਡੀਮੇਬਲ ਦਾ ਮਤਲਬ ਕੀ ਹੁੰਦਾ ਰੀਪੇਮੈਂਟ, ਕਿ ਅਸੀਂ ਉਹਨਾਂ ਦਾ ਕੈਪੀਟਲ ਜਿਹੜਾ ਹੈ ਕੁਛ ਟਾਈਮ ਤੋਂ ਬਾਅਦ ਕੀ ਆ ਵਾਪਸ ਕਰ ਦਿੰਦੇ ਹਾਂ, ਇਸ ਕਰਕੇ ਉਹ ਰਿਡੀਮੇਬਲ ਹੁੰਦੇ ਆ। ਅਤੇ ਇਰਰੀਡੀਮੇਬਲ ਆ ਉਹਨਾਂ ਨੂੰ ਅਸੀਂ ਉਦੋਂ ਤੱਕ ਉਹਨਾਂ ਦਾ ਕੈਪੀਟਲ ਵਾਪਸ ਨਹੀਂ ਕਰਦੇ ਜਦੋਂ ਤੱਕ ਸਾਡੀ ਕੰਪਨੀ ਡਿਜ਼ੋਲਵ ਨਹੀਂ ਹੋ ਜਾਂਦੀ,
ਜਾਂ ਫਿਰ ਵਾਈਂਡ ਅਪ ਨਹੀਂ ਹੋ ਜਾਂਦੀ। ਪਾਰਟੀਸਿਪੇਟਿੰਗ ਪ੍ਰੈਫਰੈਂਸ ਸ਼ੇਅਰ, ਦ ਹੋਲਡਰ ਆਫ ਦੀ ਸ਼ੇਅਰ ਪਾਰਟੀਸਿਪੇਟ ਇਨ ਦਾ ਸਰਪਲਸ ਪ੍ਰੋਫਿਟ। ਕਈ ਵਾਰੀ ਕੀ ਹੁੰਦਾ, ਅਸੀਂ ਕ੍ਰੈਡੀਟਰ ਦੀ ਪੇਮੈਂਟ ਕਰਤੀ, ਲੋਨ ਵੀ ਦੇ ਦਿੱਤਾ, ਬੋਰਿੰਗ ਜਿਹੜੇ ਲਏ ਸੀਗੇ ਉਹ ਵੀ ਦੇ ਦਿੱਤੇ, ਪ੍ਰੈਫਰੈਂਸ ਵਾਲਿਆਂ ਨੂੰ ਡਿਵੀਡੈਂਡ ਦੇ ਦਿੱਤਾ, ਡਿਬੈਂਚਰਸ ਨੂੰ ਵੀ ਦੇ ਦਿੱਤਾ। ਹੁਣ ਬਾਕੀ ਸਾਡੇ ਕੋਲ ਬਚ ਗਿਆ ਸਰਪਲਸ ਪ੍ਰੋਫਿਟ, ਜਿਹੜਾ ਕਿ ਅਸੀਂ ਇਕੁਇਟੀ ਸ਼ੇਅਰ ਹੋਲਡਰ ਵਾਲਿਆਂ ਨੂੰ ਦੇਣਾ ਆ। ਇਕੁਇਟੀ ਸ਼ੇਅਰ ਹੋਲਡਰ ਵਾਲਿਆਂ ਨੂੰ ਪੇਮੈਂਟ ਦੇਣ ਤੋਂ ਬਾਅਦ ਵੀ ਜੇ ਸਾਡੇ ਕੋਲ ਕੋਈ ਪ੍ਰੋਫਿਟ ਬਚ ਜਾਂਦਾ ਆ ਤਾਂ ਉਹਦੇ ਵਿੱਚ ਵੀ ਪਾਰਟੀਸਿਪੇਟਿੰਗ ਪ੍ਰੈਫਰੈਂਸ ਸ਼ੇਅਰ ਹੋਲਡਰ ਦਾ ਰਾਈਟ ਹੁੰਦਾ ਆ ਕਿ ਉਹ ਵੀ ਕਲੇਮ ਕਰ ਸਕਦੇ ਆ। ਸੋ ਉਹ ਤਾਂ ਹੋ ਗਿਆ ਪਾਰਟੀਸਿਪੇਟਿੰਗ। ਐਂਡ ਜਿਹੜੇ ਨਾਨ ਪਾਰਟੀਸਿਪੇਟਿੰਗ ਹੁੰਦੇ ਆ ਉਹਨਾਂ ਦਾ ਸਰਪਲਸ ਪ੍ਰੋਫਿਟ 'ਤੇ ਕੋਈ ਵੀ ਹੱਕ ਨਹੀਂ ਹੁੰਦਾ। ਦ ਨੈਕਸਟ ਇਜ਼ ਦੀ ਕਨਵਰਟੇਬਲ। ਕਨਵਰਟੇਬਲ ਪ੍ਰੈਫਰੈਂਸ ਸ਼ੇਅਰ ਉਹ ਹੋਏ ਜਿਨ੍ਹਾਂ ਨੂੰ ਅਸੀਂ ਇਕੁਇਟੀ ਸ਼ੇਅਰ ਹੋਲਡਰ ਦੇ ਵਿੱਚ ਕਨਵਰਟ ਕਰ ਸਕਦੇ ਆ, ਅਤੇ ਜਿਹੜੇ ਪ੍ਰੈਫਰੈਂਸ ਸ਼ੇਅਰ ਇਕੁਇਟੀ ਸ਼ੇਅਰ ਦੇ ਵਿੱਚ ਕਨਵਰਟ ਨਹੀਂ ਹੋ ਸਕਦੇ ਦੈਟ ਆਰ ਨਾਨ ਕਨਵਰਟੇਬਲ ਪ੍ਰੈਫਰੈਂਸ ਸ਼ੇਅਰ। ਦ ਨੈਕਸਟ ਇਜ਼ ਦੀ ਇਕੁਇਟੀ ਸ਼ੇਅਰ। ਐਂਡ ਇਕੁਇਟੀ ਸ਼ੇਅਰ ਇਜ਼ ਅ ਸ਼ੇਅਰ ਵਿਚ ਇਜ਼ ਨਾਟ ਅ ਪ੍ਰੈਫਰੈਂਸ ਸ਼ੇਅਰ। ਜਿਹੜਾ ਪ੍ਰੈਫਰੈਂਸ ਸ਼ੇਅਰ ਨਹੀਂ ਆ ਉਹ ਕਿਹੜਾ ਹੋਇਆ, ਇਕੁਇਟੀ ਸ਼ੇਅਰ। ਜਾਂ ਫਿਰ ਅਦਰ ਵਰਡ ਵਿੱਚ ਆਪਾਂ ਕੀ ਕਹਿ ਸਕਦੇ ਹਾਂ, ਸ਼ੇਅਰਸ ਵਿਚ ਡੂ ਨਾਟ ਇੰਜੋਏ ਐਨੀ ਪ੍ਰੈਫਰੈਂਸ਼ੀਅਲ ਰਾਈਟ। ਜਿਹੜਾ ਕੋਈ ਪ੍ਰੈਫਰੈਂਸ਼ੀਅਲ ਰਾਈਟ ਇੰਜੋਏ ਨਹੀਂ ਕਰ ਰਿਹਾ, ਮੀਨਸ ਜਿਹਨਾਂ ਨੂੰ ਡਿਵੀਡੈਂਡ ਪਹਿਲਾਂ ਨਹੀਂ ਦਿੱਤਾ ਜਾ ਰਿਹਾ, ਉਹ ਸਾਰੇ ਕੀ ਆ, ਇਕੁਇਟੀ ਸ਼ੇਅਰ ਹੋਲਡਰਸ। ਕਿਉਂਕਿ ਇਕੁਇਟੀ ਸ਼ੇਅਰ ਹੋਲਡਰਸ ਕੌਣ ਨੇ ਹੁੰਦੇ ਆ, ਓਨਰਸ ਹੁੰਦੇ ਆ ਕੰਪਨੀ ਦੇ। ਐਂਡ ਉਹਨਾਂ ਨੂੰ ਜਿਹੜਾ ਵੀ ਡਿਵੀਡੈਂਟ ਆ ਅਸੀਂ ਸਭ ਤੋਂ ਐਂਡ ਵਿੱਚ ਸਾਰੇ ਡਿਊਜ਼ ਕਲੇਮਸ ਵਗੈਰਾ ਸੈਟਲ ਕਰਕੇ ਬਾਅਦ ਵਿੱਚ ਜਿਹੜੀ ਰੈਸੀਡੂਅਲ ਇਨਕਮ ਬਚਦੀ ਆ ਉਹਦੇ ਵਿੱਚੋਂ ਉਹਨਾਂ ਨੂੰ ਡਿਵੀਡੈਂਡ ਪੇ ਕੀਤਾ ਜਾਂਦਾ ਆ। So this much you have to revise and you have to note down these points in your notebook. Go through it and understand it properly. Thanks and have a nice day.